ਵੈਲਕਮ ਟੂ ਸਟੱਡੀ ਸ਼ੋਕਟ ਸਟੱਡੀ ਬਿਕਮਸ ਈਜ਼ੀਅਰ। ਸੋ ਆਪਾਂ ਸਾਰਿਆਂ ਨੂੰ ਪਤਾ ਹੈ ਜੀ 2364 ਦੇ ਵਿੱਚ ਜਿਹੜਾ ਜਜਮੈਂਟ ਹੈ ਫਾਈਨਲੀ ਆਊਟ ਹੋ ਚੁੱਕਿਆ ਹੈ। ਸੋ ਜਿਸ ਨੂੰ ਵੀ ਇਸ ਦੀ ਜਜਮੈਂਟ ਦਾ PDF ਨਹੀਂ ਮਿਲਿਆ ਉਹ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰਕੇ ਲੈ ਸਕਦਾ ਜੀ। ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਉੱਥੇ ਆਪਾਂ ਪੂਰੀ ਜਜਮੈਂਟ ਦਾ ਜੋ PDF ਉਹ ਸੈਂਡ ਕਰ ਦਿੱਤਾ ਗਿਆ। ਹੁਣ ਗੱਲ ਕਰਦੇ ਹਾਂ ਜੀ ਇਸ ਦੀ ਐਕਸਪਲੇਨੇਸ਼ਨ ਦੀ। ਸੋ ਇਸ ਦੇ ਪੂਰੀ ਜਜਮੈਂਟ ਨੂੰ ਜੋ ਵੀ ਇਹਨਾਂ ਨੇ ਵਰਡਿੰਗ ਜਿਹੜੀ ਇੱਥੇ ਦਿੱਤੀ ਹੈ ਪਹਿਲਾਂ ਉਸ ਵਰਡਿੰਗ ਦੇ ਬਾਰੇ ਗੱਲ ਕਰ ਲੈਂਦੇ ਹਾਂ ਜੀ ਕੀ ਇਹਨਾਂ ਨੇ ਲਿਖਿਆ ਇਹਦੇ ਵਿੱਚ। ਸੋ ਅਗਰ ਆਪਾਂ ਵਰਡਿੰਗ ਨੂੰ ਇੱਥੇ ਪੜ੍ਹੀਏ ਤਾਂ ਉਹਨਾਂ ਨੇ ਲਿਖਿਆ ਜੀ ਪ੍ਰੈਜ਼ੈਂਟ ਰਿਟ ਪਟੀਸ਼ਨ, ਯਾਨੀ ਕਿ ਪੂਰੀ ਦੀ ਪੂਰੀ ਰਿਟ ਪਟੀਸ਼ਨ ਬਾਰੇ ਗੱਲ ਕੀਤੀ ਜਾ ਰਹੀ ਹੈ ਜੋ ਕਿ ਫਾਈਲ ਕੀਤੀ ਗਈ ਇੰਟਰ ਆਲੀਆ ਪ੍ਰੇਇੰਗ ਫॉर ਕੁਐਸ਼ਿੰਗ। ਤਾਂ ਜਿਹਦੇ ਵਿੱਚ ਨਾਲ ਇਹ ਵੀ ਗੱਲ ਕੀਤੀ ਗਈ ਸੀ ਰਿਟ ਪਟੀਸ਼ਨ ਦੇ ਵਿੱਚ, ਜਿਸ ਦੇ ਵਿੱਚ ਨਾਲ ਇਹ ਵੀ ਪ੍ਰੇ ਕੀਤਾ ਗਿਆ ਸੀਗਾ। ਕੁਐਸ਼ਿੰਗ ਦਾ ਮਤਲਬ ਹੁੰਦਾ ਹੈ ਜੀ ਇਹਦੇ ਵਿੱਚ ਕਿ ਖਾਰਜ ਕਰਨ ਬਾਰੇ ਗੱਲ ਕੀਤੀ ਗਈ ਸੀ ਕਿਸ ਚੀਜ਼ ਦੀ। ਰਿਸਪੋਂਡੈਂਟ ਨੰਬਰ 1 ਹੈਜ਼ ਐਗਜ਼ੈਂਪਟਡ ਐਜੂਕੇਸ਼ਨ ਪ੍ਰੋਵਾਈਡਰਸ ਐਂਡ ਵਲੰਟੀਅਰਸ ਵਰਕਿੰਗ ਔਨ ਕੰਟਰੈਕਟ ਬੇਸਿਸ। ਤਾਂ ਉਹਨਾਂ ਨੂੰ ਜਿਹੜੇ ਕੰਟਰੈਕਟ ਬੇਸਿਸ ਤੇ ਕੰਮ ਕਰ ਰਹੇ ਸੀ, ਵਲੰਟੀਅਰਸ ਜੋ ਕੰਮ ਕਰ ਰਹੇ ਸੀਗੇ ਜੀ, ਉਹਨਾਂ ਨੂੰ ਇਹਦੇ ਵਿੱਚ ਇਸ ਪਟੀਸ਼ਨ ਦੇ ਵਿੱਚ ਪ੍ਰੇ ਕੀਤਾ ਗਿਆ ਸੀਗਾ ਕਿ ਉਹਨਾਂ ਨੂੰ ਜੋ ਇਨਵਾਈਟ ਕੀਤਾ ਗਿਆ ਸੀਗਾ ਭਰਤੀ ਦੇ ਵਿੱਚ ਜੋ ਹੈ 20/10/2020 ਤੇ 11/11/2020 ਦੇ ਤਹਿਤ ਜੋ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀਗਾ ਇੱਥੇ ਅਪਲਾਈ ਕਰਨ ਲਈ, ਉਸ ਚੀਜ਼ ਨੂੰ ਖਾਰਜ ਕਰਨ ਬਾਰੇ ਇਸ ਦੇ ਵਿੱਚ ਪ੍ਰੇ ਕੀਤੀ ਗਈ ਸੀ। ਨਾਲ ਹੀ ਵੇਅਰ ਬਾਈ ਆਨਲਾਈਨ ਐਪਲੀਕੇਸ਼ਨਸ ਵਰ ਇਨਵਾਈਟਡ ਫਰੋਮ ਇਨਐਲੀਜੀਬਲ ਐਜੂਕੇਸ਼ਨ ਪ੍ਰੋਵਾਈਡਰਸ ਐਂਡ ਵਲੰਟੀਅਰਸ। ਯਾਨੀ ਕਿ ਇਸ ਦੇ ਵਿੱਚ ਪ੍ਰੇ ਕੀਤੀ ਗਈ ਸੀਗੀ ਕਿ ਜੇ ਵਲੰਟੀਅਰਸ ਹੈ ਜੋ ਪ੍ਰੋਵਾਈਡਰਸ ਐਜੂਕੇਸ਼ਨ ਪ੍ਰੋਵਾਈਡਰਸ ਉਹ 2364 ਪੋਸਟਾਂ ਵਾਸਤੇ ਇਨਐਲੀਜੀਬਲ ਸੀ, ਉਹਨਾਂ ਨੂੰ ਜੋ ਇਨਵਾਈਟ ਕੀਤਾ ਗਿਆ ਸੀ ਅਪਲਾਈ ਕਰਨ ਲਈ, ਤੇ ਨਾਲ ਹੀ ਉਹਨਾਂ ਨੂੰ ਜੋ ਏਜ ਰਿਲੈਕਸੇਸ਼ਨ ਦਿੰਦੇ ਹੋਏ ਉਹਨਾਂ ਨੂੰ ਦਿੱਤੀ ਗਈ ਸੀਗੀ। ਸੋ ਇਹ ਸਾਰੇ ਜਿਹੜੇ ਨੋਟਿਸ ਹੈ ਇਹਨਾਂ ਨੂੰ ਖਾਰਜ ਕਰਨ ਬਾਰੇ ਇਸ ਰਿਟ ਪਟੀਸ਼ਨ ਦੇ ਵਿੱਚ ਗੱਲ ਕੀਤੀ ਗਈ ਸੀ। ਆਪਾਂ ਨੂੰ ਪਤਾ ਹੈ ਜੀ 22/390 ਦੀ ਰਿਟ ਪਟੀਸ਼ਨ ਦੇ ਵਿੱਚ ਵਲੰਟੀਅਰਸ ਦੇ ਨਾਲ B.Ed ਬਾਰੇ ਵੀ ਗੱਲ ਕੀਤੀ ਗਈ ਸੀਗੀ ਕਿ B.Ed ਨੂੰ ਵੀ ਜਿਹੜਾ ਉਹ ਇਨਕਲੂਡ ਨਾ ਕੀਤਾ ਜਾਵੇ। ਹਾਲਾਂਕਿ ਇਸ ਪੈਰਾਗ੍ਰਾਫ ਦੇ ਵਿੱਚ ਜੋ ਇਹਨਾਂ ਨੇ ਐਕਸਪਲੇਨੇਸ਼ਨ ਦਿੱਤੀ ਹੈ ਪੂਰੀ ਰਿਟ ਪਟੀਸ਼ਨ ਦੇ ਬਾਰੇ ਗੱਲ ਕਰਦੇ ਹੋਏ ਸਿਰਫ ਵਲੰਟੀਅਰਸ ਵਾਲਾ ਪੈਰਾਗ੍ਰਾਫ ਹੀ ਇੱਥੇ ਐਕਸਪਲੇਨ ਕੀਤਾ ਗਿਆ। ਇਸ ਦੇ ਵਿੱਚ B.Ed ਜਿਹੜਾ ਹੈ ਸਪੈਸ਼ਲੀ ਕੋਈ ਵੀ ਵਰਡ ਇੱਥੇ ਨਹੀਂ ਲਿਖਿਆ, B.Ed ਦੀ ਅਲੱਗ ਤੋਂ ਕੋਈ ਵੀ ਗੱਲ ਇੱਥੇ ਨਹੀਂ ਕੀਤੀ ਹੈਗੀ। ਲੇਕਿਨ ਗੱਲ ਜਿਹੜੀ ਹੈ ਜੀ ਪੂਰੇ 22/390 ਕੇਸ ਬਾਰੇ ਹੀ ਚੱਲ ਰਹੀ ਹੈ ਜਿਹਦੇ ਵਿੱਚ B.Ed ਵੀ ਸੀਗੀ। ਸੋ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਕਿ ਦ ਕੋਰਟ ਵਾਈਲ ਡਿਸਾਈਡਿੰਗ ਅ ਬੈਚ ਆਫ 4 ਰਿਟ ਪਟੀਸ਼ਨਸ। ਤਾਂ ਉਹਨਾਂ ਨੇ ਕਿਹਾ ਕਿ 4 ਰਿਟ ਪਟੀਸ਼ਨ ਦੇ ਡਿਸੀਜ਼ਨ ਜਿਹੜਾ ਉਹ ਦਿੰਦੇ ਹੋਏ ਤਿਆਰ ਕਰਦੇ ਹੋਏ ਤੇ ਜਿਹੜੇ ਵਾਈਡ ਆਰਡਰ ਸੀਗੇ ਇੱਕ 22/390 ਇੱਕ 3363 ਇਹ ਜੋ ਦੋ ਮੇਨ ਕੇਸ ਸੀਗੇ ਇਹਨਾਂ ਦੇ ਉੱਤੇ ਉਹਨਾਂ ਨੇ ਫੈਸਲਾ ਦਿੰਦੇ ਹੋਏ ਕਿਹਾ ਜੀ ਹੈਜ਼ ਕੁਆਸ਼ਡ ਦ above advertisement along with the entire selection process including provisional merit list। ਤਾਂ ਉਹਨਾਂ ਨੇ ਕਿਹਾ ਜੀ ਐਡਵਰਟੀਜ਼ਮੈਂਟ ਵੀ ਜਿਹੜੀ ਉਹ ਖਾਰਜ ਕਰ ਦਿੱਤੀ ਗਈ ਹੈ along with the entire selection process including provisional merit list। ਤਾਂ ਮੈਰਿਟ ਲਿਸਟ ਅਗਰ ਕੋਈ ਆਈ, ਸਿਲੈਕਸ਼ਨ ਪ੍ਰੋਸੈਸ ਜੋ ਹੋਇਆ ਯਾਨੀ ਕਿ ਸਕਰੂਟਨੀਸ ਪਲੱਸ ਐਡਵਰਟੀਜ਼ਮੈਂਟ ਉਹ ਸਾਰਾ ਕੁਝ ਜਿਹੜਾ ਖਾਰਜ ਕਰ ਦਿੱਤਾ ਗਿਆ। ਜੋ ਵੀ ਇਹਨਾਂ ਦੀ ਵਰਡਿੰਗ ਹੈ ਰਿਟਨ ਵਰਡਿੰਗ ਹੈ ਉਸ ਤੋਂ ਇਹ ਸਮਝ ਆ ਰਿਹਾ ਜੀ ਕਿ ਉਹ ਸਭ ਕੁਝ ਖਾਰਜ ਕਰ ਦਿੱਤਾ ਗਿਆ। ਇਨ ਵਿਊ ਆਫ ਦ ਅਬਵ claim made in the present writ petition has become only academic in nature, thus the same is disposed of। ਤਾਂ ਜੋ ਕਲੇਮ ਹੈਗਾ ਜੀ ਹੁਣ ਰਿਟ ਪਟੀਸ਼ਨ ਜਿਹੜੀ ਉਹ ਡਿਸਪੋਜ਼ ਆਫ ਕਰ ਦਿੱਤੀ ਗਈ ਹੈ, ਫੈਸਲਾ ਉਹ ਸੁਣਾ ਦਿੱਤਾ ਗਿਆ। ਹੁਣ ਉਹ ਸਿਰਫ ਕਾਗਜ਼ੀ ਰਹਿ ਗਈ ਹੈ ਕਿਉਂਕਿ ਫੈਸਲਾ ਉਸ 'ਤੇ ਇਹ ਸੁਣਾਇਆ ਗਿਆ ਜੀ ਕਿ ਜਿਹੜੀ ਐਡਵਰਟੀਜ਼ਮੈਂਟ ਹੈ ਅਲੋਂਗ ਵਿਦ ਦ ਸਿਲੈਕਸ਼ਨ ਪ੍ਰੋਸੈਸ ਐਂਡ ਪ੍ਰੋਵੀਜ਼ਨਲ ਮੈਰਿਟ ਲਿਸਟ ਉਹ ਜਿਹੜੀ ਹੈ ਉਹ ਖਾਰਜ ਕਰ ਦਿੱਤੀ ਗਈ ਹੈ। ਤੇ ਇਸ ਦੇ ਵਿੱਚ ਹੁਣ ਜਿਹੜੀ ਹੈ ਸਰਕਾਰ ਇਸ 'ਤੇ ਕੀ ਜਿਹੜਾ ਹੈ ਫੈਸਲਾ ਦਿੰਦੀ ਹੈ, ਕਿਸ ਤਰ੍ਹਾਂ ਦੁਬਾਰਾ ਪ੍ਰੋਸੈਸ ਸ਼ੁਰੂ ਹੋਏਗਾ, ਐਡਵਰਟੀਜ਼ਮੈਂਟ 'ਚ ਕੀ ਸੋਧ ਕੀਤੀ ਜਾਂਦੀ ਹੈ, ਕਿਸ ਨੂੰ ਰੱਖਿਆ ਜਾਂਦਾ ਹੈ, ਕਿਸ ਨੂੰ ਬਾਹਰ ਕੀਤਾ ਜਾਂਦਾ ਹੈ, ਕਿਸ ਤਰ੍ਹਾਂ ਨਵਾਂ ਐਡਵਰਟੀਜ਼ਮੈਂਟ ਜਿਹੜਾ ਫਰੇਮ ਕੀਤਾ ਜਾਏਗਾ, ਸਿਲੈਕਸ਼ਨ ਪ੍ਰੋਸੈਸ ਕਿੱਥੋਂ ਸ਼ੁਰੂ ਹੋਏਗਾ। ਕਿਉਂਕਿ ਐਗਜ਼ਾਮ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਦੁਬਾਰਾ ਲੈਣ ਦਾ ਕੋਈ ਮਤਲਬ ਮੈਨੂੰ ਇੱਥੇ ਨਜ਼ਰ ਨਹੀਂ ਆ ਰਿਹਾ, ਪਰ ਕੀ ਲੋਅ ਦੇ ਵਿੱਚ ਕਾਨੂੰਨੀ ਤੌਰ 'ਤੇ ਕੀ ਕਿਹਾ ਜਾਂਦਾ ਹੈ, ਕੀ ਐਗਜ਼ਾਮ ਦੁਬਾਰਾ ਹੋਏਗਾ ਜਾਂ ਨਹੀਂ ਹੋਏਗਾ, ਦੁਬਾਰਾ ਕਿੱਥੋਂ ਸਿਲੈਕਸ਼ਨ ਪ੍ਰੋਸੈਸ ਸਟਾਰਟ ਹੋਏਗਾ। ਸੋ ਉਹਦੇ ਬਾਰੇ ਪੂਰਾ ਆਫੀਸ਼ੀਅਲ ਅਪਡੇਟ ਜਿਵੇਂ ਹੀ ਆਏਗੀ ਆਪਾਂ ਤੁਹਾਨੂੰ ਇਸੇ ਚੈਨਲ 'ਤੇ ਅਪਡੇਟ ਕਰਾਂਗੇ। ਫਿਲਹਾਲ ਵਰਡਿੰਗ ਕੀ ਕਹਿ ਰਹੀ ਸੀਗੀ ਇਸ ਜਜਮੈਂਟ ਦੀ ਉਹ ਆਪਾਂ ਤੁਹਾਨੂੰ ਐਕਸਪਲੇਨ ਕਰ ਦਿੱਤੀ ਗਈ ਹੈ। ਬਾਕੀ ਡਿਟੇਲ ਦੇ ਵਿੱਚ ਜਿਹੜਾ ਆਪਾਂ ਜਿਵੇਂ ਆਪਾਂ ਨੂੰ ਕੋਈ ਆਫੀਸ਼ੀਅਲ ਅਪਡੇਟ ਮਿਲਦੀ ਹੈ ਕਿ ਕਿਸ ਤਰ੍ਹਾਂ ਇਸ ਪੂਰੇ ਜਿਹੜੇ ਜਜਮੈਂਟ ਨੂੰ ਅਪਲਾਈ ਕਰਵਾਇਆ ਜਾਏਗਾ, ਇਸ ਦੇ ਵਿੱਚੋਂ ਸਿਲੈਕਸ਼ਨ ਪ੍ਰੋਸੈਸ ਕਿੱਥੋਂ ਸ਼ੁਰੂ ਹੋਏਗਾ, ਵਲੰਟੀਅਰਸ ਨੂੰ B.Ed ਨੂੰ ਰੱਖਿਆ ਜਾਏਗਾ ਜਾਂ ਨਹੀਂ ਰੱਖਿਆ ਜਾਏਗਾ, ਐਕਸਟਰਾ ਮਾਰਕਸ ਦਿੱਤੇ ਜਾਣਗੇ ਜਾਂ ਨਹੀਂ ਦਿੱਤੇ ਜਾਣਗੇ, ਕਿਸ ਤਰ੍ਹਾਂ ਨਵਾਂ ਫਰੇਮ ਹੋਏਗਾ ਪੂਰਾ ਐਡਵਰਟੀਜ਼ਮੈਂਟ। ਸੋ ਉਹਦੇ ਬਾਰੇ ਜਿਵੇਂ ਇਨਫੋਰਮੇਸ਼ਨ ਮਿਲਦੀ ਹੈ ਆਪਾਂ ਤੁਹਾਨੂੰ ਇਸੇ ਚੈਨਲ 'ਤੇ ਅਪਡੇਟ ਕਰਾਂਗੇ। ਸੋ ਫਿਲਹਾਲ ਇਸ ਜਜਮੈਂਟ ਦੀ ਐਕਸਪਲੇਨੇਸ਼ਨ ਬਾਰੇ ਬਹੁਤ ਸਾਰੇ ਕਮੈਂਟਸ ਆ ਰਹੇ ਸੀਗੇ, ਸੋ ਆਪਾਂ ਤੁਹਾਨੂੰ ਐਕਸਪਲੇਨ ਕਰ ਦਿੱਤਾ ਹੈ ਕਿ ਪਹਿਲੇ ਪੈਰਾਗ੍ਰਾਫ ਦੇ ਵਿੱਚ ਇਸ ਦੇ ਵਿੱਚ ਵਲੰਟੀਅਰਸ ਨੂੰ ਲੈ ਕੇ ਐਕਸਪਲੇਨ ਕੀਤਾ ਗਿਆ ਕਿ ਰਿਟ ਪਟੀਸ਼ਨ ਦੇ ਵਿੱਚ ਵਲੰਟੀਅਰਸ ਨੂੰ ਜੋ ਇਨਕਲੂਡ ਕੀਤਾ ਗਿਆ ਸੀਗਾ ਉਸ ਦੇ ਬਾਰੇ ਗੱਲ ਕੀਤੀ ਗਈ ਹੈ ਕਿ ਉਹਨਾਂ ਨੂੰ ਏਜ ਰਿਲੈਕਸੇਸ਼ਨ ਵੀ ਦਿੱਤੀ ਗਈ ਸੀਗੀ, ਤੇ ਨਾਲ ਹੀ 3363 ਬਾਰੇ ਕੇਸ ਬਾਰੇ ਵੀ ਇਹਦੇ ਵਿੱਚ ਗੱਲ ਕੀਤੀ ਗਈ ਹੈ ਜਿਹਦੇ ਵਿੱਚ ਐਕਸਟਰਾ ਮਾਰਕਸ ਸੀਗੇ। ਸੋ ਸਾਰਿਆਂ 'ਤੇ ਹੀ ਫੈਸਲਾ ਸੁਣਾਉਂਦੇ ਹੋਏ ਉਹਨਾਂ ਨੇ ਜਿਹੜੇ ਐਡਵਰਟੀਜ਼ਮੈਂਟ ਹੈ ਅਲੋਂਗ ਵਿਦ ਸਿਲੈਕਸ਼ਨ ਪ੍ਰੋਸੈਸ ਤੇ ਪ੍ਰੋਵੀਜ਼ਨਲ ਮੈਰਿਟ ਲਿਸਟ ਅਗਰ ਕੋਈ ਆਈ ਤਾਂ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਹੈਗਾ। ਨਵਾਂ ਪ੍ਰੋਸੈਸ ਸ਼ੁਰੂ ਹੋਏਗਾ, ਕਿੱਥੋਂ ਸ਼ੁਰੂ ਹੋਏਗਾ, ਕਿਵੇਂ ਸ਼ੁਰੂ ਹੋਏਗਾ, ਕੌਣ ਇਨਕਲੂਡ ਹੋਏਗਾ, ਕੌਣ ਬਾਹਰ ਹੋਏਗਾ, ਉਸ ਦੇ ਬਾਰੇ ਜਿਹੜਾ ਡਿਪਾਰਟਮੈਂਟ ਜਿਵੇਂ ਕੋਈ ਨਵਾਂ ਨੋਟੀਫਿਕੇਸ਼ਨ ਆਊਟ ਕਰਦਾ ਆਪਾਂ ਤੁਹਾਨੂੰ ਇਸੇ ਚੈਨਲ 'ਤੇ ਅਪਡੇਟ ਕਰ ਦਾਂਗੇ। ਬਾਕੀ ਆਪਾਂ ਤੁਹਾਨੂੰ ਪਤਾ ਹੈ ਜੀ ਅੱਜ ਹੈਗੇ 16 ਤਰੀਕ, ਆਪਣੇ 6635 ਦਾ ਪੋਸਟਾਂ ਨੂੰ ਲੈ ਕੇ ਜਿਹੜਾ ਧਰਨਾ ਹੈਗਾ ਮੋਹਾਲੀ ਜਾਰੀ ਹੈ। ਕੈਂਡੀਡੇਟਸ ਜਿਹੜੇ ਆ ਉਹ ਧਰਨਾ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇਗੇ, ਤੇ ਅੱਜ ਜਿਹੜਾ ਹੈ ਉਹ ਫੈਸਲਾ ਤਾਂ ਆ ਹੀ ਚੁੱਕਿਆ ਜੀ 2364 ਦਾ। ਬਾਕੀ 6635 ਦਾ ਪ੍ਰੋਸੈਸ ਜਲਦੀ ਸ਼ੁਰੂ ਕਰਨ ਬਾਰੇ ਜਿਹੜਾ ਆਪਣਾ ਉੱਥੇ ਧਰਨਾ ਚੱਲ ਰਿਹਾ। ਬਾਕੀ ਉਹਦੇ ਵਿੱਚ ਜਿਹੜੇ ਬੈਕਲੌਗ ਦੀਆਂ ਪੋਸਟਾਂ ਹੈਗੀਆਂ ਨੇ ਏਜ ਰਿਲੈਕਸੇਸ਼ਨ ਕੈਂਡੀਡੇਟਸ ਨੂੰ ਦੇਣ ਬਾਰੇ, ਉਹਨਾਂ ਬਾਰੇ ਵੀ ਜਿਹੜੇ ਉੱਥੇ ਮੁੱਦੇ ਜਿਹੜੇ ਉਠਾਏ ਜਾ ਰਹੇ ਨੇ। ਮੁੱਖ ਮੰਤਰੀ ਹੈਗੇ ਜੀ ਸਰਦਾਰ ਚਰਨਜੀਤ ਸਿੰਘ ਚੰਨੀ, ਉਹਨਾਂ ਨੇ ਕੱਲ੍ਹ ਹੀ ਇਹ ਅਨਾਊਂਸ ਕੀਤਾ ਕਿ ਹੁਣ ਨੈਕਸਟ ਜਿਹੜੀਆਂ ਵੀ ਅਪਕਮਿੰਗ ਪੋਸਟ ਆਉਣਗੀਆਂ ਉਹਦੇ ਵਿੱਚ ਪੰਜਾਬ ਦੇ ਕੈਂਡੀਡੇਟਸ ਜਿਹੜੇ ਆ ਉਹਨਾਂ ਨੂੰ ਮੌਕਾ ਦਿੱਤਾ ਜਾਏਗਾ। ਵੱਧ ਤੋਂ ਵੱਧ
ਉਹ ਨਵਾਂ ਕਾਨੂੰਨ ਜਿਹੜੇ ਆ ਉਹ ਲੈ ਕੇ ਆ ਰਹੇ ਆ, ਜਿਸ ਦੇ ਵਿੱਚ ਅਦਰ ਸਟੇਟਸ ਵਾਲਿਆਂ ਨੂੰ ਜਿਹੜਾ ਉਹਨਾਂ ਦਾ ਕੋਟਾ ਜਾਂ ਤਾਂ ਫਿਕਸ ਕੀਤਾ ਜਾਏਗਾ ਜਾਂ ਕਿਵੇਂ ਕੀਤਾ ਜਾਏਗਾ ਉਹਨਾਂ ਦਾ, ਉਹ ਇੱਕ ਨਵਾਂ ਕਾਨੂੰਨ ਜਿਹੜਾ ਉਹਨਾਂ ਬਾਰੇ ਲੈ ਕੇ ਆ ਰਹੇ ਆ, ਜਿਸ ਨਾਲ ਪੰਜਾਬ ਦੀ ਪੋਸਟਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹਿੱਸਾ ਹੈ ਉਹ ਪੰਜਾਬ ਦੇ ਕੈਂਡੀਡੇਟਸ ਨੂੰ ਮਿਲੇ। ਸੋ 2364 ਦੇ ਜਿਹੜੇ ਜਜਮੈਂਟ ਬਾਰੇ ਇਨਫੋਰਮੇਸ਼ਨ ਸੀਗੀ ਉਹ ਤੁਹਾਨੂੰ ਦੱਸ ਦਿੱਤੀ ਆ ਵਰਡਿੰਗ ਟੂ ਵਰਡਿੰਗ। ਇਹਦੇ ਵਿੱਚ ਇਹ ਲਿਖਿਆ ਗਿਆ ਕਿ ਖਾਰਿਜ ਇੱਕ ਵਾਰ ਜਿਹੜਾ ਐਡਵਰਟੀਜ਼ਮੈਂਟ ਕਰ ਦਿੱਤਾ ਗਿਆ। ਬਾਕੀ ਅੱਗੇ ਜਿਵੇਂ ਕੋਈ ਅਪਡੇਟ ਆਉਂਦੀ ਹੈ ਆਪਾਂ ਤੁਹਾਨੂੰ ਉਸਦੇ ਬਾਰੇ ਤੇ ਦੱਸਾਂਗੇ, ਪਰ ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ, ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰਿਆ ਕਰੋ। ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ, ਤਾਂ ਕਿ ਤੁਹਾਡੇ ਤੱਕ ਹਰ ਇੱਕ ਲੇਟੈਸਟ ਇਨਫੋਰਮੇਸ਼ਨ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਥੈਂਕ ਯੂ।